ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਹਨਾਂ ਦੇ ਖਾਲਸਾ ਰਾਜ ਬਾਰੇ ਅਧਿਐਨ ਕਰਾਂਗੇ ਕਿ ਖਾਲਸਾ ਰਾਜ ਦੀ ਸਥਾਪਨਾ ਕਿਵੇਂ ਹੋਈ। ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਨਾਂਦੇੜ ਦੀ ਧਰਤੀ ਤੇ ਇਹਨਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹੁੰਦੀ ਹੈ ਤਾਂ ਇਹਨਾਂ ਦਾ ਸਿੱਖ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਾਬਾ ਬੰਦਾ ਸਿੰਘ ਜੀ ਬਹਾਦਰ ਬਣ ਜਾਂਦੇ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਦੱਸਦੇ ਹਨ ਵੀ ਪੰਜਾਬ ਦੇ ਵਿੱਚ ਕਿੰਨੇ ਜ਼ੁਲਮ ਹੋਏ, ਸਿੱਖਾਂ ਦੇ ਨਾਲ ਕਿੰਨੀਆਂ ਵਧੀਕੀਆਂ ਹੋਈਆਂ, ਸਾਹਿਬਜ਼ਾਦੇ ਚਾਰੋਂ ਸ਼ਹੀਦ ਹੋ ਗਏ, ਅਨੇਕਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਘੇਰਿਆ ਗਿਆ ਅਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਅਨੇਕਾਂ ਹਥਿਆਰ ਵਰਤੇ ਗਏ। ਇਹ ਗੱਲਾਂ ਦਾ ਪ੍ਰਭਾਵ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਤੇ ਪੈਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਨੂੰ 5 ਤੀਰ, ਨਿਸ਼ਾਨ ਸਾਹਿਬ ਅਤੇ ਨਗਾਰਾ ਇਹ ਚੀਜ਼ਾਂ ਦੇ ਕੇ ਅਤੇ ਉਹਨਾਂ ਨੂੰ ਮੁਖੀ ਥਾਪ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਦੇ ਵੱਲ ਭੇਜਦੇ ਹਨ। ਉਹਨਾਂ ਦੇ ਨਾਲ 5 ਪਿਆਰੇ ਵੀ ਭੇਜੇ ਜਾਂਦੇ ਹਨ। 5 ਪਿਆਰਿਆਂ ਦੇ ਨਾਮ ਹਨ ਜੀ ਭਾਈ ਬਾਜ ਸਿੰਘ ਜੀ, ਭਾਈ ਵਿਨੋਦ ਸਿੰਘ ਜੀ, ਭਾਈ ਕਾਹਨ ਸਿੰਘ ਜੀ, ਭਾਈ ਦਇਆ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਿੰਘਾਂ ਦਾ ਜਥੇਦਾਰ ਥਾਪ ਕੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਪੰਜਾਬ ਦੇ ਵੱਲ ਭੇਜਦੇ ਹਨ। ਸਾਨੂੰ ਇੰਨੀ ਗੱਲ ਸਮਝ ਆ ਗਈ ਹੋਵੇਗੀ ਕਿ ਖਾਲਸਾ ਰਾਜ ਕਾਇਮ ਕਰਨ ਦੇ ਲਈ, ਜ਼ਾਲਮਾਂ ਨੂੰ ਖਤਮ ਕਰਨ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਪੰਜਾਬ ਭੇਜਿਆ। ਉਹਨਾਂ ਨੂੰ ਇੱਕ ਨਗਾਰਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ, 5 ਤੀਰ ਦਿੱਤੇ ਅਤੇ 5 ਸਿੰਘ ਉਹਨਾਂ ਦੇ ਨਾਲ ਭੇਜੇ। ਕਿੱਥੇ ਜਾਣ ਵਾਸਤੇ ਜੀ? ਪੰਜਾਬ ਜਾਣ ਵਾਸਤੇ। ਠੀਕ ਹੈ ਜੀ। 5 ਸਿੰਘ ਕਿਹੜੇ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ? ਭਾਈ ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਾਮ ਸਿੰਘ। ਇਹ ਸਾਰੇ ਗੁਰੂ ਜੀ ਤੋਂ ਆਗਿਆ ਲੈ ਕੇ ਇਹਨਾਂ ਨੇ ਪੰਜਾਬ ਵੱਲ ਵਧਣਾ ਸ਼ੁਰੂ ਕਰ ਦਿੱਤਾ। ਅਗਲਾ ਪੈਰਾ ਧਿਆਨ ਨਾਲ ਸੁਣੋ। ਗੁਰੂ ਜੀ ਨੇ ਹੁਕਮਨਾਮੇ ਵੀ ਲਿਖੇ। ਹੁਕਮਨਾਮੇ ਦੇ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਤੌਰ 'ਤੇ ਕਹੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜ਼ਾਲਮ ਨੂੰ ਸੋਧਾ ਲਾਉਣ ਦੇ ਲਈ, ਬੈਰੀ ਨੂੰ ਖਤਮ ਕਰਨ ਦੇ ਲਈ ਪੰਜਾਬ ਵੱਲ ਆ ਰਿਹਾ ਹੈ। ਤੁਸੀਂ ਸਾਰੇ ਸਿੱਖਾਂ ਨੇ, ਪੰਜਾਬ ਦੇ ਸਿੱਖਾਂ ਨੇ ਇਹਨਾਂ ਦੀ ਮਦਦ ਕਰਨੀ ਹੈ। ਇਸੇ ਤਰ੍ਹਾਂ ਕੁਝ ਹੀ ਸਮੇਂ ਬਾਅਦ ਬਾਬਾ ਜੀ ਨਾਂਦੇੜ ਤੋਂ ਚੱਲਦੇ ਚੱਲਦੇ ਦਿੱਲੀ ਦੇ ਲਾਗੇ ਪਹੁੰਚ ਗਏ। ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹਨ। ਦੂਜੇ ਪੈਰੇ ਦੇ ਵਿੱਚ ਸਾਨੂੰ ਕੀ ਸਿੱਖਿਆ ਮਿਲੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਭੇਜ ਦਿੱਤਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜ਼ਾਲਮ ਨੂੰ ਸੋਧਾ ਲਾਉਣ ਦੇ ਲਈ ਪੰਜਾਬ ਦੇ ਵੱਲ ਆ ਰਿਹਾ ਹੈ। ਵੱਧ ਤੋਂ ਵੱਧ ਇਹਦੀ ਸਹਾਇਤਾ ਕਰੋ, ਇਹਦੇ ਨਾਲ ਚੱਲੋ, ਇਹਦੀ ਗੱਲ ਨੂੰ ਮੰਨੋ। ਅਤੇ ਕੁਝ ਸਮਾਂ ਹੀ ਹੋਇਆ ਸੀ ਹਜੇ, ਬਾਬਾ ਜੀ ਦਿੱਲੀ ਦੇ ਲਾਗੇ ਹੀ ਪਹੁੰਚੇ ਸੀ। ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹਨ। ਹੁਣ ਅੱਗੇ ਗੱਲ ਨੂੰ ਧਿਆਨ ਨਾਲ ਸੁਣੋ। ਅਗਲਾ ਪੈਰਾ ਕੀ ਕਹਿੰਦਾ? ਜਦ ਬਾਬਾ ਬੰਦਾ ਸਿੰਘ ਜੀ ਨੇ ਪੰਜਾਬ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਹੁਕਮਨਾਮੇ ਸੰਬੰਧੀ ਜਾਣੂ ਕਰਵਾਇਆ ਅਤੇ ਪ੍ਰੇਰਿਆ ਕਿ ਤੁਹਾਨੂੰ ਸਰਹੰਦ ਤੇ ਚਮਕੌਰ ਦੀ ਗੜੀ ਯਾਦ ਕਰਦੀ ਹੈ। ਇੱਕ ਤਾਂ ਸਾਡੀ ਮੱਤ ਬੜੀ ਛੋਟੀ ਹੈ, ਅਸੀਂ ਆਪਣੀਆਂ ਕੁਰਬਾਨੀਆਂ ਨੂੰ ਬਿਲਕੁਲ ਭੁੱਲ ਚੁੱਕੇ ਹਾਂ। ਸਾਨੂੰ ਕੋਈ ਕੁਰਬਾਨੀ ਚੰਗੀ ਤਰ੍ਹਾਂ ਯਾਦ ਨਹੀਂ। ਇੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜੇ ਹੁਕਮਨਾਮੇ ਭੇਜੇ ਸੀ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਹ ਆਮ ਲੋਕਾਂ ਨੂੰ ਜਾ ਕੇ ਸੁਣਾਏ। ਉਹਨਾਂ ਹੁਕਮਨਾਮੇ ਬਾਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਮ ਸੰਗਤਾਂ ਨੂੰ, ਲੋਕਾਂ ਨੂੰ ਜਾ ਕੇ ਦੱਸਿਆ ਕਿ ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਨਾਂ 'ਤੇ ਜਾਰੀ ਕੀਤੇ ਹਨ, ਤੁਸੀਂ ਮੇਰੀ ਸਹਾਇਤਾ ਕਰੋ। ਅਤੇ ਉਹਨਾਂ ਨੂੰ ਪ੍ਰੇਰਿਆ ਵੀ ਕਿ ਦੇਖੋ, ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਿਣ ਕੇ ਸ਼ਹੀਦ ਕੀਤਾ ਗਿਆ। ਵੱਡੇ ਸਾਹਿਬਜ਼ਾਦੇ ਸਾਡੀ ਖਾਤਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਹੁਣ ਤੁਸੀਂ ਵੀ ਕੁਝ ਕਰੋ, ਆਪਾਂ ਜ਼ਾਲਮਾਂ ਨੂੰ ਸੋਧਾ ਲਾਈਏ। ਤਾਂ ਬਹੁਤ ਸਾਰੇ ਸਿੱਖ ਨੇ ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਸੀ, ਉਹ ਆਪਣਾ ਤਨ, ਮਨ, ਧਨ ਸਭ ਗੁਰੂ ਨੂੰ ਅਰਪਣ ਕਰਨ ਦੇ ਲਈ ਤਿਆਰ ਹੋ ਗਏ। ਕਹਿਣ ਦਾ ਭਾਵ ਕਿ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸਹਾਇਤਾ ਕਰਨ ਵਾਸਤੇ ਅੱਗੇ ਆ ਗਏ। ਉਹਨਾਂ ਨੇ ਸਾਰਿਆਂ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਫੜ ਲਈਆਂ, ਵਰਸ਼ੇ ਫੜ ਲਏ, ਤੇਗਾਂ ਫੜ ਲਈਆਂ। ਪੰਜਾਬ ਦੇ ਵਿੱਚ ਜਿੰਨੇ ਵੀ ਜ਼ੋਨ ਨੇ, ਮਾਝਾ, ਮਾਲਵਾ ਅਤੇ ਦੁਆਬਾ, ਇਹ ਜਾਗ ਉੱਠੇ। ਇਹਨਾਂ ਨੂੰ ਪਤਾ ਲੱਗਿਆ ਵੀ ਹਾਂ, ਸਾਡੇ ਨਾਲ ਬਹੁਤ ਜ਼ੁਲਮ ਹੋਇਆ ਹੈ, ਅਸੀਂ ਹੁਣ ਬੈਰੀ ਤੋਂ ਬਦਲਾ ਲਈਏ, ਉਸ ਨੂੰ ਖਤਮ ਕਰੀਏ। ਇਸ ਨੇ ਸਾਡੇ 'ਤੇ ਵਾਰ ਕੀਤੇ ਨੇ, ਸਾਡੇ ਅਨੇਕਾਂ ਵੀਰਾਂ ਨੂੰ, ਅਨੇਕਾਂ ਭੈਣਾਂ ਨੂੰ ਤੰਗ ਕੀਤਾ ਹੈ, ਪਰੇਸ਼ਾਨ ਕੀਤਾ ਹੈ, ਸ਼ਹੀਦ ਕੀਤਾ ਹੈ। ਅਸੀਂ ਹੁਣ ਪਿੱਛੇ ਨਾ ਹਟੀਏ। ਉਹ ਸਾਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਰਲ ਗਏ। ਇਤਿਹਾਸਕਾਰ ਨੇ ਲਿਖਿਆ ਕਿ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਫੌਜ ਦੀ ਗਿਣਤੀ ਸੀ, ਜੋ ਸ਼ੁਰੂ ਦੇ ਵਿੱਚ ਤੀ ਹੈਗੀ ਤੀ 4000 ਘੋੜਸਵਾਰ ਅਤੇ 8000 ਪੈਦਲ ਸੈਨਾ ਸੀ। ਸ਼ੁਰੂ ਦੇ ਵਿੱਚ 4000 ਘੋੜਸਵਾਰੀ ਸੀ ਅਤੇ 8000 ਪੈਦਲ ਸੈਨਾ ਸੀ। ਪਰ ਬਹੁਤ ਛੇਤੀ ਹੀ ਇਹ ਗਿਣਤੀ 40000 ਪਹੁੰਚ ਗਈ। 40000 ਕਿਵੇਂ ਹੋਈ? ਗੁਰੂ ਸਾਹਿਬਾਨ ਦੇ ਹੁਕਮਨਾਮੇ ਸਿੱਖਾਂ ਨੂੰ ਸੁਣਾਏ ਗਏ। ਇਸ ਤੋਂ ਬਿਨਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜ਼ੁਲਮਾਂ ਦੀ ਕਹਾਣੀ ਸਿੱਖਾਂ ਨੂੰ ਯਾਦ ਕਰਾਈ ਵੀ ਤੁਹਾਡੇ 'ਤੇ ਜ਼ੁਲਮ ਹੋਏ ਹਨ, ਆਪਾਂ ਉਹਨਾਂ ਦਾ ਬਦਲਾ ਲੈਣਾ ਹੈ। ਅਗਲਾ ਪੈਰਾ ਕੀ ਕਹਿੰਦਾ ਹੈ? ਕਹਿੰਦੇ ਜੀ, ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਨੇ ਨਵੰਬਰ 1709 ਈਸਵੀ ਵਿੱਚ ਸਮਾਣੇ ਉੱਤੇ ਹਮਲਾ ਕਰ ਦਿੱਤਾ। 1709 ਦੀ ਗੱਲ ਕਰ ਰਹੇ ਹਾਂ। ਬਾਬਾ ਬੰਦਾ ਸਿੰਘ ਜੀ ਬਹਾਦਰ ਸਮਾਣੇ 'ਤੇ ਹਮਲਾ ਕਰਦੇ ਨੇ, ਕਿਉਂਕਿ ਸਮਾਣਾ ਸ਼ਹਿਰ ਹੈ ਜਿਹੜਾ, ਇਹ ਜਲਾਦਾਂ ਦਾ ਸ਼ਹਿਰ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤਾਂ ਜਿਹੜਾ ਇੱਥੋਂ ਦਾ ਸਮਾਣੇ ਦਾ ਜਲਾਦ ਸੀ, ਉਹ ਹੈਗਾ ਸੀ ਜਲਾਲੂਦੀਨ। ਜਲਾਲੂਦੀਨ ਨੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ। ਇਸ ਤੋਂ ਬਿਨਾਂ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਜਲਾਦ ਸੀ, ਸ਼ਾਸਲ ਬੇਗ ਅਤੇ ਵਾਸ਼ਲ ਬੇਗ, ਉਹ ਵੀ ਸਮਾਣੇ ਦੇ ਰਹਿਣ ਵਾਲੇ ਸੀ। ਇਸ ਕਰਕੇ ਇਹ ਜਲਾਦਾਂ ਦਾ ਸ਼ਹਿਰ ਸੀ। ਇਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਨਾ ਜ਼ਰੂਰੀ ਸੀ। ਇਸ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ 1709 ਈਸਵੀ ਨੂੰ ਸਮਾਣੇ 'ਤੇ ਹਮਲਾ ਕੀਤਾ, ਜਲਾਦਾਂ ਦੇ ਸ਼ਹਿਰ ਨੂੰ ਇਹਨੂੰ ਸੋਧਾ ਲਾਇਆ। ਅਗਲਾ ਪੈਰਾ ਧਿਆਨ ਨਾਲ ਸੁਣੋ। ਸਮਾਣੇ ਦੇ ਜਲਾਦਾਂ ਨੂੰ ਸਜ਼ਾ ਦੇ ਕੇ ਬਾਬਾ ਬੰਦਾ ਸਿੰਘ ਜੀ ਦੀਆਂ ਫੌਜਾਂ ਨੇ ਘੁੜਾਮ, ਡਸਕਾ, ਸ਼ਾਹਬਾਦ, ਮੁਸਤਫਾਬਾਦ ਅਤੇ ਕਪੂਰੀ ਨੂੰ ਫਤਿਹ ਕੀਤਾ। ਇਹਨਾਂ ਇਲਾਕਿਆਂ ਨੂੰ ਫਤਿਹ ਕਰਨ ਤੋਂ ਬਾਅਦ ਜਿਹੜਾ ਸੰਧੌਰੇ ਦਾ ਹਾਕਮ ਹੈ ਉਸਮਾਨ ਖਾਨ, ਉਸ ਨੂੰ ਸੋਧਾ ਲਾਇਆ। ਉਸਮਾਨ ਖਾਨ ਦਾ ਕੀ ਕਸੂਰ ਸੀ? ਉਸਮਾਨ ਖਾਨ ਦਾ ਕਸੂਰ ਇਹ ਸੀ ਕਿ ਇਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸ਼ਰਧਾਲੂ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਸੀ। ਕਿਉਂਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਮੁਰੀਦਾਂ ਅਤੇ ਪੁੱਤਰਾਂ ਦੇ ਨਾਲ ਮਿਲ ਕੇ ਗੁਰੂ ਜੀ ਦੀ
ਸਹਾਇਤਾ ਕੀਤੀ ਸੀ। ਇਸ ਕਰਕੇ ਸੰਢੌਰੇ ਦਾ ਹਾਕਮ ਧਿਆਨ ਦੇ ਵਿੱਚ ਰੱਖਣਾ ਕਿ ਸੰਢੌਰੇ ਦਾ ਹਾਕਮ ਕੌਣ ਸੀ? ਉਸਮਾਨ ਖਾਨ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਸ ਨੂੰ ਕਤਲ ਕਰ ਦਿੱਤਾ, ਉਸ ਨੂੰ ਖਤਮ ਕਰ ਦਿੱਤਾ, ਸੋਧਾ ਲਾ ਦਿੱਤਾ। ਕਿਉਂ ਲਾਇਆ ਸੋਧਾ? ਕਿਉਂਕਿ ਉਸਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਸੀ। ਅੱਗੇ ਲੈਣਾ ਕੀ ਕਹਿੰਦੀਆਂ ਨੇ? ਕਹਿੰਦੇ ਫਿਰ ਬਨੂੜ ਫਤਿਹ ਕਰਕੇ ਸਰਹੰਦ 'ਤੇ ਹਮਲਾ ਕਰਨ ਦੀ ਤਿਆਰੀ ਹੋਈ। ਦੇਖੋ ਜੀ, ਅੱਗੇ ਅਸੀਂ ਕਰ ਰਹੇ ਆਏ ਹਾਂ ਸਮਾਣਾ ਹੋ ਗਿਆ, ਉਦੋਂ ਬਾਅਦ ਹੋਰ ਇਲਾਕੇ ਹੋ ਗਏ, ਫਿਰ ਸੰਢੌਰਾ ਹੋ ਗਿਆ। ਹੁਣ ਗੱਲ ਕਰ ਰਹੇ ਹਾਂ ਸਰਹੰਦ ਦੀ। ਸਰਹੰਦ ਬਾਰੇ ਤੁਹਾਨੂੰ ਪਤਾ ਹੈ ਕਿ ਛੋਟੇ ਸਾਹਿਬਜ਼ਾਦੇ ਇੱਥੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਇਸ ਕਰਕੇ ਜਿਹੜਾ ਇੱਥੋਂ ਦਾ ਵਜ਼ੀਰ ਸੀ, ਵਜ਼ੀਰ ਦਾ ਕੀ ਨਾਮ ਹੈ ਜੀ? ਸੂਬੇਦਾਰ ਵਜ਼ੀਰ ਖਾਂ। ਜਿਹੜਾ ਸੂਬੇਦਾਰ ਹੈ, ਸੂਬੇਦਾਰ ਦਾ ਕੀ ਨਾਮ ਹੈ? ਵਜ਼ੀਰ ਖਾਂ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾ ਕੇ ਸ਼ਹੀਦ ਕੀਤਾ ਸੀ। ਇਹਦਾ ਅੰਤ ਕਰਨਾ ਜ਼ਰੂਰੀ ਸੀ। ਇਸ ਕਰਕੇ ਸਰਹੰਦ ਤੋਂ 10 ਕੋਹ ਦੀ ਵਿੱਥ 'ਤੇ ਚੱਪੜਚਿੜੀ ਦੇ ਮੈਦਾਨ ਵਿੱਚ, ਸਰਹੰਦ ਤੋਂ 10 ਕੋਹ ਦੀ ਵਿੱਥ 'ਤੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਮਈ 1710 ਈਸਵੀ ਨੂੰ ਬਹੁਤ ਭਾਰੀ ਯੁੱਧ ਹੋਇਆ। ਸਿੱਖ ਬੜੀ ਪਿਆਰ ਅਤੇ ਜੋਸ਼ ਦੇ ਨਾਲ ਇਸ ਯੁੱਧ ਵਿੱਚ ਲੜੇ ਗਏ। ਇਸ ਵਿੱਚ ਜਿਹੜਾ ਵਜ਼ੀਰ ਖਾਨ ਹੈ ਉਹ ਮਾਰਿਆ ਗਿਆ, ਉਹ ਖਤਮ ਕਰ ਦਿੱਤਾ। ਵਜ਼ੀਰ ਖਾਨ ਨੂੰ ਕਿਉਂ ਮਾਰਿਆ ਗਿਆ? ਕਿਉਂਕਿ ਉਸਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾਇਆ ਸੀ। ਇਸ ਤਰ੍ਹਾਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਪਾਪੀ ਗੰਗੂ ਅਤੇ ਸੁੱਚਾਨੰਦ, ਪਾਪੀ ਗੰਗੂ ਅਤੇ ਸੁੱਚਾਨੰਦ। ਗੰਗੂ ਜਿਹੜਾ ਕਿ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਰਸੋਈਆ ਸੀ, ਉਸਨੇ ਬੱਚਿਆਂ ਦੀ CID ਕੀਤੀ ਸੀਗੀ, ਬੱਚੇ ਮੇਰੇ ਕੋਲ ਨੇ। ਉਸਨੇ ਬੱਚਿਆਂ ਨੂੰ ਫੜਾਉਣ ਦੇ ਵਿੱਚ ਸਰਕਾਰ ਦੀ ਮਦਦ ਕੀਤੀ ਸੀ। ਸੁੱਚਾਨੰਦ ਨੇ ਬੱਚਿਆਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ। ਇਸ ਕਰਕੇ ਵਜ਼ੀਰ ਖਾਂ, ਗੰਗੂ ਅਤੇ ਸੁੱਚਾਨੰਦ, ਇਹਨਾਂ ਦਾ ਕਤਲ ਹੈ ਜਿਹੜਾ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਰ ਦਿੱਤਾ ਸੀ। ਇਸੇ ਤਰ੍ਹਾਂ ਅੱਗੇ ਇਸ ਜਿੱਤ ਨਾਲ ਕਰਨਾਲ ਤੋਂ ਲੈ ਕੇ ਲੁਧਿਆਣੇ ਤੱਕ ਜਿਹੜਾ ਸਰਹੰਦ ਦਾ ਸੂਬਾ ਸੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕਬਜ਼ੇ ਹੇਠ ਆ ਗਿਆ। ਕਰਨਾਲ ਤੋਂ ਲੈ ਕੇ ਲੁਧਿਆਣੇ ਤੱਕ ਜਿਹੜਾ ਸਰਹੰਦ ਦਾ ਸੂਬਾ ਸੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕਬਜ਼ੇ ਹੇਠ ਆ ਗਿਆ। ਇਸ ਦੀ ਜਿਹੜੀ ਆਮਦਨ ਹੁੰਦੀ ਸੀ ਉਹ 36 ਲੱਖ ਰੁਪਏ ਹੁੰਦੀ ਸੀ। 36 ਲੱਖ ਰੁਪਏ ਸਾਲਾਨਾ ਆਮਦਨ ਹੁੰਦੀ ਸੀ ਇਹਨਾਂ ਇਲਾਕਿਆਂ ਤੋਂ। ਅਤੇ ਭਾਈ ਬਾਜ ਸਿੰਘ ਜੀ, ਭਾਈ ਬਾਜ ਸਿੰਘ ਜੀ ਨੂੰ ਸਰਹੰਦ ਦਾ ਸੂਬਾ ਨਿਯਤ ਕਰ ਦਿੱਤਾ। ਵਜ਼ੀਰ ਖਾਨ ਨੂੰ ਖਤਮ ਕਰਕੇ ਹੁਣ ਕੌਣ ਆ ਗਿਆ ਜੀ? ਖਾਲਸਾ ਆ ਗਿਆ। ਕਿੱਥੇ ਕਿਸ ਦਾ ਰਾਜ ਹੋ ਗਿਆ? ਸਰਹੰਦ 'ਤੇ ਖਾਲਸੇ ਦਾ ਰਾਜ ਹੋ ਗਿਆ। ਇੱਥੋਂ ਇਹ ਇਲਾਕੇ ਤੋਂ 36 ਲੱਖ ਦੀ ਸਾਲਾਨਾ ਆਮਦਨ ਹੁੰਦੀ ਸੀ ਅਤੇ ਬਾਜ ਸਿੰਘ ਜੀ ਨੂੰ ਇਸ ਦਾ ਜਿਹੜਾ ਸੂਬਾ ਸੀ ਜੋ ਉਹ ਨਿਯਤ ਕਰ ਦਿੱਤਾ। ਇਸ ਨਾਲ ਸਿੱਖਾਂ ਨੇ ਜਿੱਤ ਦੇ ਬੜੇ ਜਸ਼ਨ ਮਨਾਏ। ਇਸੇ ਤਰ੍ਹਾਂ ਜਿਹੜਾ ਇਹ ਥੋੜ੍ਹੇ ਸਮੇਂ ਦੇ ਵਿੱਚ ਹੀ ਲਾਹੌਰ ਤੋਂ ਚੜ੍ਹਦੇ ਪਾਸੇ ਦੇ ਸਾਰੇ ਪੰਜਾਬ ਉੱਤੇ ਖਾਲਸਾ ਰਾਜ ਜਿਹੜਾ ਉਹ ਕਾਇਮ ਹੋ ਗਿਆ। ਜਿਹੜਾ ਖਾਲਸਾ ਰਾਜ ਸੀ ਉਹ ਸਥਾਪਿਤ ਹੋ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਗੁਰੂ ਸਾਹਿਬਾਨਾਂ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ। ਜਿਵੇਂ ਹੁਣ ਜਿਹੜੀ ਕਰੰਸੀ ਹੈ, ਭਾਰਤੀ ਕਰੰਸੀ ਹੈ, ਭਾਰਤੀ ਨੋਟ ਨੇ, ਉਹ ਸਾਡੀਆਂ ਬੈਂਕਾਂ, ਇੱਕ ਪ੍ਰਮੁੱਖ ਬੈਂਕ ਹੈ ਜਿਹੜੀ RBI, ਉਹ ਜਾਰੀ ਕਰਦੀ ਹੈ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਤਿਗੁਰਾਂ ਦੇ ਨਾਮ 'ਤੇ ਸਿੱਕੇ ਜਾਰੀ ਕੀਤੇ ਅਤੇ ਇਸ ਸਿੱਕੇ ਦੇ ਉੱਤੇ ਉਹਨਾਂ ਨੇ ਪਿਆਰ ਅਤੇ ਸਤਿਕਾਰ ਦੇ ਵਜੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ
ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਮਿਹਰ ਸਦਕਾ ਜਿਹੜੇ ਸ਼ਬਦ ਨੇ ਉਹ ਉਚਾਰੇ। ਇਸੇ ਤਰ੍ਹਾਂ ਖਾਲਸਾ ਰਾਜ ਦੀ ਇੱਕ ਮੋਹਰ ਵੀ ਮਿਲਦੀ ਹੈ ਜੋ ਜਿਸ 'ਤੇ ਲਿਖਿਆ ਹੈ ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਸ ਮੋਹਰ ਦੇ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਇਹ ਨੇ ਕਿ ਦੇਗ ਤੇਗ ਦੀ ਜਿੱਤ ਅਤੇ ਸੇਵਾ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ਹੈ। ਹੁਣ ਬੰਦਾ ਸਿੰਘ ਜੀ ਬਹਾਦਰ ਨੇ ਸਿੱਖ ਰਾਜ ਕਾਇਮ ਕਰ ਲਿਆ। ਸੰਖੇਪ ਦੇ ਵਿੱਚ ਮੈਂ ਇੱਕ ਵਾਰੀ ਫਿਰ ਦੱਸਾਂ ਕਿ ਨੰਦੇੜ ਦੀ ਧਰਤੀ ਤੋਂ, ਮਹਾਰਾਸ਼ਟਰ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਵੱਲ ਭੇਜਦੇ ਨੇ। ਉਹਨਾਂ ਨੂੰ 5 ਤੀਰ ਨਿਸ਼ਾਨ ਸਾਹਿਬ ਦੇ ਕੇ ਇੱਕ ਨਗਾਰਾ ਦੇ ਕੇ ਤੋਰਿਆ ਜਾਂਦਾ ਹੈ। ਨਾਲ 5 ਸਿੰਘ ਭੇਜੇ ਜਾਂਦੇ ਨੇ, ਹੁਕਮਨਾਮੇ ਭੇਜੇ ਜਾਂਦੇ ਨੇ। ਉਸ ਤੋਂ ਬਾਅਦ ਸਮਾਣੇ ਦੇ ਉੱਤੇ ਹਮਲਾ ਹੁੰਦਾ ਹੈ, ਸੰਢੌਰੇ ਦੇ ਉੱਤੇ ਹਮਲਾ ਹੁੰਦਾ ਹੈ, ਸਰਹੰਦ ਦੇ ਉੱਤੇ ਹਮਲਾ ਹੁੰਦਾ ਹੈ। ਇਹ ਇਲਾਕਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਇੱਕ ਸਿੱਖ ਰਾਜ ਆ ਜਿਹੜਾ ਉਹ ਕਾਇਮ ਹੋ ਜਾਂਦਾ ਹੈ। ਸਿੱਖ ਰਾਜ ਕਿਹੋ ਜਿਹਾ ਹੈ? ਬੜਾ ਹੀ ਇਨਸਾਫ ਇਹਨਾਂ ਦੇ ਰਾਜ ਵਿੱਚ ਕੀਤਾ ਜਾਂਦਾ ਹੈ। ਕੋਈ ਵੀ ਗਰੀਬ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਸ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ। ਗਰੀਬਾਂ ਦੀ ਪੂਰੀ ਸਹਾਇਤਾ ਕੀਤੀ ਜਾਂਦੀ ਹੈ। ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹਨਾਂ ਨੂੰ ਜ਼ਮੀਨ ਦਿਵਾਉਣ ਦੇ ਲਈ ਯਤਨ ਕੀਤੇ ਜਾਂਦੇ ਨੇ। ਇਸ ਤੋਂ ਬਿਨਾਂ ਜਿਹੜੇ ਮਹਾਨ ਬਲੀ ਸੂਰਮੇ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਨੇ ਹਰ ਇੱਕ ਇਨਸਾਨ ਨੂੰ ਇੱਕ ਅੱਖ ਦੇ ਨਾਲ ਦੇਖਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਬਾਣੀ ਤੇ ਬਾਣੇ ਦੇ ਧਾਰਨੀ ਯੋਧੇ ਸੀ। ਉਹ ਨਿਹਚੈ ਕਰ ਆਪਣੀ ਜੀਤ ਕਰਾਉਂਦੇ ਗੁਰੂ ਬੋਲ ਪਾਲਦਾ ਹੋਇਆ ਤੂਫਾਨੀ ਲਹਿਰਾਂ ਵਾਂਗ ਚੜ੍ਹਿਆ। ਉਸਨੇ ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ। ਜ਼ਾਲਮ ਦੇ ਨਾਲ, ਜਾਵਰਾਂ ਤੇ ਜ਼ਾਲਮਾਂ ਦੇ ਨਾਲ ਟੱਕਰ ਲਈ। ਉਹਨਾਂ ਨੇ ਕਿਸੇ ਵੀ ਧਰਮ ਦੇ ਨਾਲ ਟੱਕਰ ਨਹੀਂ ਲਈ। ਉਸਨੇ ਜ਼ੁਲਮ ਨੂੰ ਖਤਮ ਕੀਤਾ, ਕਿਸੇ ਧਰਮ ਨੂੰ ਖਤਮ ਨਹੀਂ ਕੀਤਾ। ਉਹਦੇ ਰਾਜ ਦੇ ਵਿੱਚ ਹਿੰਦੂ ਕੀ ਮੁਸਲਮਾਨ ਕੀ ਸਾਰਿਆਂ ਦੇ ਨਾਲ ਪਿਆਰ ਭਰਿਆ ਵਤੀਰਾ ਕੀਤਾ ਜਾਂਦਾ ਸੀ। ਇਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਰਾਜ ਦੀ ਵਿਸ਼ੇਸ਼ਤਾ ਰਹੀ ਹੈ ਕਿ ਉਹਨਾਂ ਦੇ ਰਾਜ ਵਿੱਚ ਕਿਸੇ ਨਾਲ ਵੀ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਸਭ ਨੂੰ ਸਮਾਨ ਨਜ਼ਰੀ ਨਾਲ ਦੇਖਿਆ ਜਾਂਦਾ ਸੀ, ਭਾਵੇਂ ਉਹ ਮੁਸਲਮਾਨ ਹੋਵੇ ਭਾਵੇਂ ਹਿੰਦੂ ਹੋਵੇ। ਕਹਿਣ ਦਾ ਭਾਵ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਪਰ ਜਿਹੜਾ ਗਲਤ ਕੰਮ ਕਰਦਾ ਹੈ ਉਹਦਾ ਮੂੰਹ ਭੰਨਣ ਦੇ ਲਈ ਖਾਲਸਾ ਹਮੇਸ਼ਾ ਤਿਆਰ ਰਿਹਾ। ਇਹ ਸਾਨੂੰ ਸਿੱਖਿਆ ਮਿਲਦੀ ਹੈ। ਜੇਕਰ ਸਾਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਖਾਲਸਾ ਰਾਜ ਦੀ ਸਥਾਪਨਾ ਬਾਰੇ ਪ੍ਰਸ਼ਨ ਆ ਜਾਂਦਾ ਹੈ ਤਾਂ ਇਹ ਗੱਲਾਂ ਸਾਰੀਆਂ ਡਿਟੇਲ ਦੇ ਵਿੱਚ ਅਸੀਂ ਲਿਖ ਦੇਣੀਆਂ ਨੇ ਕਿ ਕਿਵੇਂ ਉਹਨਾਂ ਨੂੰ ਪੰਜਾਬ ਵੱਲ ਭੇਜਿਆ ਗਿਆ, ਨਾਲ ਸਿੰਘ ਭੇਜੇ ਗਏ, ਨਾਲ ਹੁਕਮਨਾਮੇ ਜਾਰੀ ਕਰਕੇ ਭੇਜੇ ਗਏ। ਉਹਨਾਂ ਨੇ ਵਜ਼ੀਰ ਖਾਨ ਦਾ ਕਤਲ ਕੀਤਾ, ਸੁੱਚਾਨੰਦ ਨੂੰ ਮਾਰਿਆ। ਉਸ ਤੋਂ ਬਾਅਦ ਪੀਰ ਬੁੱਧੂ ਸ਼ਾਹ ਉਹਨਾਂ ਦਾ ਬਦਲਾ ਲਿਆ, ਉਸਮਾਨ ਖਾਨ ਨੂੰ ਮਾਰ ਕੇ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਦਾ ਵੇਰਵਾ ਜਿਹੜਾ ਉਹ ਅਸੀਂ ਨੇ ਇਸ ਵਿੱਚ ਦੇਣਾ ਹੈ। ਇੱਕ ਸਰਹੰਦ ਦੀ ਜਿੱਤ ਹੈ, ਉਹਦਾ ਵੇਰਵਾ ਅਤ ਜ਼ਰੂਰੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਇਹ ਜਿਹੜਾ ਸਿਲੇਬਸ ਹੈ ਇਸ ਨੂੰ ਚੰਗੀ ਤਰ੍ਹਾਂ ਕਵਰ ਕਰ ਲਿਆ ਜਾਵੇ ਅਤੇ ਜਿਹੜੀਆਂ ਵੀ ਗੱਲਾਂ, ਜਿਹੜਾ ਵੀ ਅਸੀਂ ਆਪਣਾ ਇਤਿਹਾਸ ਭੁੱਲ ਰਹੇ ਹਾਂ, ਇਹਨੂੰ ਕਿਤੇ ਨਾ ਕਿਤੇ ਦੁਬਾਰਾ ਆਪਣੇ ਦਿਮਾਗ ਦੇ ਵਿੱਚ ਲਿਆ ਕੇ ਚੇਤੇ ਕਰੀਏ। ਅਸੀਂ ਮਹਾਨ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ, ਸਾਡੇ ਗੁਰਸਿੱਖਾਂ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।